ਤੁਸੀਂ ਦੇਖੋ ਇਕਨੋਮਿਕ ਫਿਜ਼ੀਬਿਲਿਟੀ ਕੀ ਕਰ ਰਹੇ ਹੋ, ਕਾਸਟ ਐਂਡ ਮਤਲਬ ਤੁਸੀਂ ਇੱਕ ਬਿਜ਼ਨਸ ਰਨ ਕਰ ਰਹੇ ਹੋ, ਇਟ ਮੀਨਸ ਤੁਸੀਂ ਉਹਦੇ ਕੋਲੋਂ ਰਿਟਰਨ ਲੈਣਾ ਹੈ। ਅਗਰ ਤੁਸੀਂ ਕੋਈ ਖਰਚਾ ਕਰ ਰਹੇ ਹੋ ਤਾਂ ਤੁਹਾਨੂੰ ਉਹਦਾ ਰਿਟਰਨ ਵੀ ਮਿਲਣਾ ਹੀ ਚਾਹੀਦਾ। ਸੋ ਇਹ ਚੀਜ਼ ਜਿਹੜੀ ਹੈ ਇਹ ਤੁਸੀਂ ਇਕਨੋਮਿਕ ਫਿਜ਼ੀਬਿਲਿਟੀ ਦੇ ਵਿੱਚ ਚੈੱਕ ਕਰ ਲੈਂਦੇ ਹੋ। ਠੀਕ ਹੈ, ਜਿਵੇਂ ਇਹਨਾਂ ਨੇ ਲਿਖਿਆ ਇਕਨੋਮਿਕ ਫਿਜ਼ੀਬਿਲਿਟੀ ਸਟੱਡੀ ਡੀਲਸ ਵਿਦ ਦ ਇਕਨੋਮੀ ਆਫ ਦਾ ਸਿਸਟਮ ਪ੍ਰੋਜੈਕਟ, ਮਤਲਬ ਸਿਸਟਮ ਦੇ ਵਿੱਚ ਜਿੰਨਾ ਵੀ ਪੈਸਾ ਇਨਵੋਲਵ ਹੈ ਉਹਦੇ ਬਾਰੇ ਆਪਾਂ ਇਹ 'ਚ ਗੱਲ ਕਰਾਂਗੇ। ਦ ਕਾਸਟ ਐਂਡ ਰਿਟਰਨਸ ਆਰ ਇਵੈਲੂਏਟਡ, ਮਤਲਬ ਜਿੰਨਾ ਤੁਸੀਂ ਖਰਚਾ ਕੀਤਾ ਉਹਦੇ ਬੇਸਿਸ 'ਤੇ ਤੁਹਾਨੂੰ ਰਿਟਰਨ ਵੀ ਕੁਛ ਮਿਲੀ ਜਾਂ ਨਹੀਂ ਮਿਲੀ। ਮਤਲਬ ਆਰ ਯੂ ਜਸਟੀਫਾਈਂਗ ਯੋਰ ਇਨਵੈਸਟਮੈਂਟ। ਜਸਟੀਫਾਈ ਇਨਵੈਸਟਮੈਂਟ ਮਤਲਬ ਮੈਂ ਖਰਚਾ ਜ਼ਿਆਦਾ ਕਰਤਾ, ਮੈਨੂੰ ਫਾਇਦਾ ਉਹਦੇ ਵਿੱਚੋਂ ਘੱਟ ਹੋਇਆ, ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਠੀਕ ਹੈ, ਸੋ ਅਗਰ ਤੇ ਬਾਈ ਚਾਂਸ ਮੰਨ ਲਓ ਤੁਹਾਨੂੰ 6 ਨੰਬਰ ਦਾ ਕੁਐਸਚਨ ਆਉਂਦਾ, ਫਿਰ ਤਾਂ ਤੁਸੀਂ ਇਹਦੀ ਸਿਰਫ ਇੱਕ 1 ਜਾਂ 2 ਜਾਂ 3 ਲਾਈਨਰ ਐਕਸਪਲੇਨੇਸ਼ਨ ਦੇਣੀ ਹੈ। ਜਿੱਦਾਂ ਪਹਿਲਾਂ ਫਿਜ਼ੀਬਿਲਿਟੀ ਸਟੱਡੀ ਦੇ ਦਿਓ ਕਿ ਇਟ ਲੁੱਕ ਫॉर ਅਲਟਰਨੇਟਿਵ ਸੋਲਿਊਸ਼ਨਸ, ਇਹਦੇ ਹਰ ਤਰ੍ਹਾਂ ਦੇ ਐਸਪੈਕਟਸ ਨੂੰ ਦਿਖਦਾ ਹੈ। ਦੈਨ ਇਟ ਪ੍ਰੋਵਾਈਡਸ ਦ result to the user management, based on the result user management decide whether we have to go for development or not. ठीक है, in this we examine the system thoroughly. ਇੰਨੀ ਤੁਹਾਡੀ ਫਿਜ਼ੀਬਿਲਿਟੀ ਸਟੱਡੀ ਦੀ ਡੈਫੀਨੇਸ਼ਨ ਹੋਗੀ। ਦੈਨ ਆਰਗੇਨਾਈਜੇਸ਼ਨ ਫਿਜ਼ੀਬਿਲਿਟੀ ਤੁਸੀਂ ਸਿਰਫ 1-2 ਲਾਈਨਾਂ ਲਿਖ ਦੇਣੀਆਂ ਕਿ ਇਨ ਦਿਸ ਵੀ ਡਿਟਰਮਾਈਨ ਦ ਫਿਜ਼ੀਬਿਲਿਟੀ ਆਫ ਦ ਸਿਸਟਮ ਇਨ ਟਰਮਸ ਆਫ ਆਰਗੇਨਾਈਜੇਸ਼ਨ ਮਤਲਬ ਕਿ ਟੌਪ ਲੈਵਲ ਮੈਨੇਜਮੈਂਟ, ਮਿਡਲ ਲੈਵਲ ਮੈਨੇਜਮੈਂਟ ਅਤੇ ਥੱਲੇ ਕਲੈਰੀਕਲ ਲੈਵਲ ਜਿਹੜਾ ਹੈਗਾ ਤੁਹਾਡੀ ਉਹ ਆਰਗੇਨਾਈਜੇਸ਼ਨ ਨੂੰ ਐਜ਼ ਇਟ ਇਜ਼ ਉਹ ਰੱਖ ਰਿਹਾ ਤੁਹਾਡਾ ਸੋਫਟਵੇਅਰ, ਜਾਂ ਉਹਨੂੰ ਚੇਂਜ ਕਰ ਰਿਹਾ, ਅਤੇ ਉਹਨਾਂ ਦੇ ਬਿਹੇਵੀਅਰ, ਜੋ ਉਹਨਾਂ ਦਾ ਕੰਮ ਕਰਨ ਦਾ ਢੰਗ ਹੈ, ਜੋ ਉਹਨਾਂ ਦਾ ਟੀਮ ਵਰਕ ਹੈ, ਜੋ ਉਹਨਾਂ ਦੀ ਹਾਰਮਨੀ ਹੈ, ਜੋ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹਜੇ ਤੱਕ ਨਹੀਂ ਹੁੰਦੀ, ਕਿ ਉਹਨੂੰ ਤੁਸੀਂ ਐਜ਼ ਇਟ ਇਜ਼ ਰੱਖ ਰਹੇ ਹੋ। ਠੀਕ ਹੈ, ਇੰਨਾ ਕੁ ਤੁਸੀਂ ਲਿਖ ਦੇਣਾ। ਉਸ ਤੋਂ ਬਾਅਦ ਜਦੋਂ ਤੁਸੀਂ ਇਕਨੋਮਿਕ ਫਿਜ਼ੀਬਿਲਿਟੀ ਚਾਹਣਾ, ਆਹ ਸਿਰਫ ਮੇਨ 2 ਲਾਈਨਾਂ ਜਿਹੜੇ ਵੀ ਬੰਦੇ ਨੇ ਸਟੱਡੀ ਕਰਨਾ, ਜਿਹਨੇ ਤੁਹਾਡਾ ਆਨਸਰ ਪੜ੍ਹਨਾ, ਉਹਨੇ ਇਹ ਮੇਨਲੀ ਪੜ੍ਹਨਾ ਕਿ ਤੁਸੀਂ ਕਾਸਟ ਐਂਡ ਰਿਟਰਨ ਨੂੰ ਇਵੈਲੂਏਟ ਕੀਤਾ ਆਪਸ 'ਚ। ਠੀਕ ਹੈ, ਤੁਸੀਂ ਇਨਵੈਸਟਮੈਂਟ ਨੂੰ ਜਸਟੀਫਾਈ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ। ਅਗਰ ਹੁਣ 13 ਨੰਬਰ ਦਾ ਕੁਐਸਚਨ ਆਏਗਾ, ਫਿਰ ਤੁਸੀਂ ਲਿਖਦੇ ਹੋ ਕਿ ਇਨ ਦਿਸ ਫਿਜ਼ੀਬਿਲਿਟੀ ਫੋਲੋਇੰਗ it will resolve the following issue ਜਾਂ it will answer the following questions। ਠੀਕ ਹੈ, ਮਤਲਬ ਇਹਦੇ ਵਿੱਚ ਕੀ ਆਊਗਾ, ਉਹਨੇ ਦੱਸਣਾ cost of conducting investigation, ਮਤਲਬ ਇਨਵੈਸਟੀਗੇਸ਼ਨ 'ਤੇ ਕਿੰਨਾ ਖਰਚਾ ਆਊਗਾ, ਸਾਨੂੰ ਉਹ ਇਕਨੋਮਿਕ ਫਿਜ਼ੀਬਿਲਿਟੀ ਸਾਨੂੰ ਪਤਾ ਲੱਗ ਜੂਗਾ। ਠੀਕ ਹੈ, ਸੈਕਿੰਡ ਸਾਨੂੰ ਪਤਾ ਕੀ ਲੱਗੂਗਾ, ਕਾਸਟ ਆਫ ਹਾਰਡਵੇਅਰ ਐਂਡ ਸੋਫਟਵੇਅਰ, ਆਹ ਚੀਜ਼ ਦਾ ਸਾਨੂੰ ਪਤਾ ਲੱਗ ਜੂਗਾ। ਠੀਕ ਹੈ, ਤੀਸਰਾ ਸਾਨੂੰ ਪਤਾ ਲੱਗ ਜੂਗਾ ਕਿ ਅਸੀਂ ਕਿੱਥੋਂ ਪੈਸਾ ਜਿਹੜਾ ਹੈ ਉਹਨੂੰ ਰਿਡਿਊਸ ਕਰ ਸਕਦੇ, ਮਤਲਬ ਕਾਸਟ ਨੂੰ ਕਿੱਥੋਂ ਰਿਡਿਊਸ ਕਰ ਸਕਦੇ ਹਾਂ। ਠੀਕ ਹੈ, ਅਤੇ ਰਿਸੋਰਸ ਨੂੰ ਆਪਾਂ ਪ੍ਰੋਪਰਲੀ ਯੂਟੀਲਾਈਜ਼ ਕਿੱਦਾਂ ਕਰ ਸਕਦੇ ਹਾਂ। ਇਹਨੂੰ ਤੁਸੀਂ ਇੱਕ ਐਗਜ਼ਾਮਪਲ ਸਮਝੋ, ਜਿੱਦਾਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਨਾ, ਆਪਣੇ ਘਰ ਦਾ ਕੰਮ ਕਰਦੇ ਹਾਂ, ਅਸੀਂ ਕਹਿੰਦੇ ਅਸੀਂ ਮਕਾਨ ਬਣਾਉਣਾ, ਅਸੀਂ ਕਹਿ ਦਿੰਦੇ ਵੀ ਇੱਟਾਂ ਦਾ ਤਾਂ ਇੰਨਾ ਖਰਚਾ ਹੋਣਾ ਹੀ ਹੋਣਾ ਹੈ ਨਾ, ਤੁਹਾਡੀ ਬ੍ਰਿਕਸ ਦਾ ਇੰਨਾ ਖਰਚਾ ਹੋਣਾ ਹੀ ਹੋਣਾ, ਸੀਮੈਂਟ ਦਾ ਇੰਨਾ ਹੋਣਾ ਹੀ ਹੋਣਾ। ਠੀਕ ਹੈ, ਆਹ ਤੁਸੀਂ ਲਿਖ ਕੇ ਰੱਖਣ ਲੱਗ ਪਏ ਵੀ ਤੁਹਾਡਾ ਕਾਸਟ ਇਹਦੀ ਵੀ ਆਉਣੀ ਹੈ, ਇਹਦੀ ਵੀ ਆਉਣੀ ਹੈ। ਹੁਣ ਅੱਗੇ ਮੰਨ ਲਓਗੇ ਟਾਈਲਸ ਆ ਗਈਆਂ ਜਾਂ ਤੁਸੀਂ ਪੱਥਰ ਲਵਾਉਣਾ ਹੈ ਨਾ, ਹੁਣ ਤੁਸੀਂ ਇਹਨਾਂ ਦੋਨਾਂ ਦਾ ਜਿਹੜਾ ਕਾਸਟ ਹੈ ਅਗਰ ਤੁਸੀਂ ਇਹਨਾਂ ਦੀ ਲਿਖ ਲਈ, ਉਸ ਤੋਂ ਬਾਅਦ ਤੁਸੀਂ ਦੇਖੋਗੇ ਯਾਰ ਪੱਥਰ 'ਚ ਪੈਸਾ ਘੱਟ ਲੱਗਦਾ, ਪਰ ਟਾਈਲਸ 'ਚ ਜ਼ਿਆਦਾ ਲੱਗਦਾ, ਕੱਲ੍ਹ ਨੂੰ ਹੋ ਸਕਦਾ 'ਚ ਪ੍ਰੋਬਲਮ ਵੀ ਕੋਈ ਆਵੇ, ਤਾਂ ਤੁਸੀਂ ਇਹਦੇ ਬੇਸਿਸ 'ਤੇ ਕਾਸਟ ਜਿਹੜੀ ਆਪਣੀ ਰਿਡਿਊਸ ਕਰ ਲੈਂਦੇ। ਇੱਥੇ ਰਿਡਿਊਸ ਕਾਸਟ ਦਾ ਮਤਲਬ ਇਹ ਹੈ ਕਿਉਂਕਿ ਤੁਹਾਨੂੰ ਸਾਰੀ ਕਾਸਟ ਆਲਰੇਡੀ ਪਤਾ ਲੱਗ ਗਈ, ਇੱਥੋਂ ਇਹ ਪਤਾ ਲੱਗਦਾ ਵੀ ਤੁਸੀਂ ਕਿੱਥੋਂ ਆਪਣੀ ਕਾਸਟ ਰਿਡਿਊਸ ਕਰਨੀ, ਕਿੱਥੋਂ ਘਟਾਉਣੀ ਹੈ। ਰਿਸੋਰਸ ਯੂਟੀਲਾਈਜੇਸ਼ਨ ਦਾ ਪ੍ਰੋਪਰ ਯੂਟੀਲਾਈਜ਼ ਕਿੱਦਾਂ ਕਰਨਾ। ਹੁਣ ਅਗਰ ਮਕਾਨ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਕੋ ਵਾਰੀ ਬਣਾ ਦਿੰਦੇ ਹੋ ਤਾਂ ਉਹ 'ਚ ਜਿਹੜਾ ਰਿਸੋਰਸ ਪ੍ਰੋਪਰ ਯੂਟੀਲਾਈਜ਼ ਹੋ ਜਾਣਗੇ, ਰੇਤਾ, ਸੀਮੈਂਟ, ਬਜਰੀ ਘੱਟ ਵੇਸਟ ਹੋਣਾ। ਅਗਰ ਤੁਸੀਂ ਬਾਰ-ਬਾਰ ਕੰਮ ਲਗਾਓਗੇ ਤਾਂ ਅੱਧੇ ਨਾਲੋਂ ਜਿਹੜਾ ਰੇਤਾ, ਬਜਰੀ ਆ ਉਹ ਤਾਂ ਵੇਸਟ ਹੀ ਹੁੰਦਾ ਜਾਂਦਾ। ਠੀਕ ਹੈ, ਇੱਕ ਸਿਰਫ ਐਗਜ਼ਾਮਪਲ ਹੈ ਕਿ ਤੁਸੀਂ ਇਸ ਚੀਜ਼ ਨੂੰ ਕਿੱਦਾਂ ਸਮਝਣਾ, ਰਿਸੋਰਸ ਯੂਟੀਲਾਈਜੇਸ਼ਨ ਨੂੰ ਤਾਂ ਰਿਡਿਊਸਡ ਕਾਸਟ ਨੂੰ। ਬਾਕੀ ਤਾਂ ਕਲੀਅਰ ਹੈ ਵੀ ਅਗਰ ਇਕਨੋਮਿਕ ਫਿਜ਼ੀਬਿਲਿਟੀ ਕਰਾਂਗੇ ਸਾਨੂੰ ਕਾਸਟ ਸਾਰਿਆਂ ਪਤਾ ਲੱਗ ਜਾਣੀ, ਕਿੰਨਾ ਹਾਰਡਵੇਅਰ 'ਤੇ ਕਿੰਨਾ ਲੱਗਣਾ, ਇਨਵੈਸਟੀਗੇਸ਼ਨ ਦੌਰਾਨ ਕਿੰਨਾ ਪੈਸਾ ਲੱਗਣਾ ਹੈ। ਅਤੇ ਆਹ ਰਿਡਿਊਸ ਕਾਸਟ ਦਾ ਮਤਲਬ ਕੀ, ਕਿਉਂਕਿ ਤੁਹਾਡਾ ਉਹ ਆਲਰੇਡੀ ਸਾਰੀ ਕਾਸਟ ਪਤਾ ਹੋਊਗੀ, ਤੁਹਾਨੂੰ ਇਹ ਪਤਾ ਲੱਗ ਜਾਣਾ ਵੀ ਆਪਾਂ ਕਿੱਥੋਂ ਘਟਾ ਸਕਦੇ ਹਾਂ ਅਤੇ ਕਿਹੜਾ ਰਿਸੋਰਸ ਸਾਡਾ ਪ੍ਰੋਪਰਲੀ ਯੂਟੀਲਾਈਜ਼ ਨਹੀਂ ਹੋਇਆ ਉਹਨੂੰ ਪ੍ਰੋਪਰਲੀ ਯੂਟੀਲਾਈਜ਼ ਆਪਾਂ ਕਰ ਸਕਦੇ ਹਾਂ। ਥਰਡ ਜੋ ਸਾਨੂੰ ਪਤਾ ਲੱਗਦੀ ਹੈ ਉਹ ਹੁੰਦੀ ਟੈਕਨੀਕਲ ਫਿਜ਼ੀਬਿਲਿਟੀ। ਠੀਕ ਹੈ, ਟੈਕਨੀਕਲ ਫਿਜ਼ੀਬਿਲਿਟੀ ਦੇ ਵਿੱਚ ਆਪਾਂ ਕੀ ਕਰਦੇ ਹਾਂ, ਮੇਨਲੀ ਅਸੀਂ ਹਾਰਡਵੇਅਰ ਅਤੇ ਸੋਫਟਵੇਅਰ ਦੀ ਟੈਕਨੀਕੈਲਿਟੀਜ਼ ਦੇ ਬਾਰੇ ਗੱਲ ਕਰਦੇ ਹਾਂ। ਹੁਣ ਜਿੱਦਾਂ ਅਸੀਂ ਫਿਲਹਾਲ ਜਿੱਦਾਂ ਆਪਾਂ ਲੈਕਚਰਸ ਦੇ ਰਹੇ ਹਾਂ, ਆਪਾਂ ਰਿਕਾਰਡਿੰਗ ਕਰ ਰਹੇ ਹਾਂ ਹੈ ਨਾ, ਅਤੇ ਇਹਦੇ ਲਈ ਸਾਨੂੰ ਪਰਟੀਕੂਲਰ ਹਾਰਡਵੇਅਰ ਦੀ ਐਕਸਟਰਾ ਲੋਡ ਪੈ ਗਈ ਵੀ ਸਾਨੂੰ ਇੱਕ ਮਾਈਕ ਅਤੇ ਇੱਕ ਸਾਨੂੰ ਸਾਊਂਡ ਲਈ ਸਪੀਕਰ ਜਿਹੜਾ ਹੈ ਉਹ ਸਾਨੂੰ 2 ਚੀਜ਼ਾਂ ਦੀ ਅਲੱਗ ਤੋਂ ਹੁਣ ਲੋੜ ਪੈ ਗਈ ਹੈ। ਠੀਕ ਹੈ, ਮੰਨ ਲਓ ਹੁਣ ਤੁਸੀਂ ਕਿਸੇ ਨੂੰ ਸੋਫਟਵੇਅਰ ਬਣਾ ਕੇ ਦੇ ਰਹੇ ਹੋ ਅਤੇ ਉਹਨਾਂ ਦੀਆਂ ਰਿਪੋਰਟਸ ਜਿਹੜੀਆਂ ਉਹ ਪ੍ਰਿੰਟ ਹੋਣਗੀਆਂ, ਹੋ ਸਕਦਾ ਸਿੰਪਲ ਪ੍ਰਿੰਟਰ 'ਤੇ ਹੋਣ, ਹੋ ਸਕਦਾ ਤੁਸੀਂ ਕੋਲ ਲੇਜ਼ਰ ਪ੍ਰਿੰਟਰ 'ਤੇ ਹੋਣ, ਹੋ ਸਕਦਾ ਤੁਸੀਂ ਕਹੋ ਵੀ ਤੁਸੀਂ ਪਹਿਲਾਂ A4 ਸਾਈਜ਼ 'ਤੇ ਕਰਦੇ ਸੀ, ਹੁਣ ਤੁਹਾਨੂੰ ਲੀਗਲ ਸਾਈਜ਼ ਚਾਹੀਦਾ। ਮਤਲਬ ਇੱਦਾਂ ਦੀ ਤੁਸੀਂ ਹਾਰਡਵੇਅਰ ਦੇ ਰਿਗਾਰਡਿੰਗ ਕੋਈ ਵੀ ਚੇਂਜਿਸ ਦੱਸ ਸਕਦੇ ਹੋ। ਠੀਕ ਹੈ, ਮੰਨ ਲਓ ਬੱਚਾ ਪਹਿਲਾਂ ਤੁਹਾਡਾ ਫੋਟੋ ਆਪਣੇ ਫੋਰਮ 'ਤੇ ਲਗਾਉਂਦਾ ਸੀ, ਤੁਸੀਂ ਉਹਨੂੰ ਸਕੈਨ ਕਰਕੇ ਕੰਪਿਊਟਰ 'ਚ ਅਪਲੋਡ ਕਰਦੇ ਸੀ, ਹੁਣ ਤੁਸੀਂ ਕਹੋਗੇ ਵੀ ਤੁਹਾਨੂੰ ਜੀ ਕੈਮਰੇ ਦੀ ਲੋੜ ਹੈ, ਬੱਚਾ ਜਦੋਂ ਆਊਗਾ ਉਹਦੀ ਫੋਟੋ ਉਸੇ ਵੇਲੇ ਆਪਾਂ ਕਲਿੱਕ ਕਰ ਲਾਂਗੇ। ਠੀਕ ਹੈ, ਅਗਰ ਆਪਾਂ ਕਾਲਜ ਦੇ ਸੋਫਟਵੇਅਰ ਦੀ ਗੱਲ ਕਰਦੇ ਹਾਂ ਤਾਂ
ਠੀਕ ਹੈ। ਸੋ ਇਸ ਤਰ੍ਹਾਂ ਮਤਲਬ ਟੈਕਨੀਕਲੀ ਜਿੰਨੀਆਂ ਵੀ ਡਿਟੇਲਸ ਹੋਣਗੀਆਂ ਹਾਰਡਵੇਅਰ ਜਾਂ ਸੌਫਟਵੇਅਰ ਦੇ ਰਿਲੇਟਡ, ਜਿਵੇਂ ਅਗਰ ਤੁਸੀਂ ਕੋਈ ਸਪੈਸ਼ਲ ਸੌਫਟਵੇਅਰ ਇੰਸਟਾਲ ਕਰ ਰਹੇ ਹੋ, ਹੁਣ ਤੁਸੀਂ ਕਹੋ ਜੀ ਤੁਹਾਨੂੰ ਵਿਜ਼ੂਅਲ C++ ਰੀਡਿਸਟਰੀਬਿਊਟੇਬਲ 64 ਬਿਟ ਤੁਹਾਨੂੰ ਪਾਉਣਾ ਪਊਗਾ, ਜਾਂ ਤੁਹਾਨੂੰ ਡਾਇਰੈਕਟੈਕਸ ਜਿਹੜਾ ਹੈ ਉਹਨੂੰ ਨਾਲ ਲੋੜ ਹੈ, ਜਾਂ ਤੁਹਾਨੂੰ ਐਡੋਬ ਰੀਡਰ ਦੀ ਨਾਲ ਲੋੜ ਹੈ, ਮਤਲਬ ਤੁਹਾਨੂੰ ਸੌਫਟਵੇਅਰ ਕਿਹੜਾ ਕਿਹੜਾ ਚਾਹੀਦਾ, ਅਤੇ ਉਹਦੇ ਨਾਲ ਅਗਰ ਐਕਸਟਰਾ ਸੌਫਟਵੇਅਰ ਦੀ ਕਿਸੇ ਲੋੜ ਹੈ ਤੁਹਾਨੂੰ ਉਹ ਵੀ ਦੱਸਣੀ ਪਊਗੀ। ਠੀਕ ਹੈ। ਸੋ ਟੈਕਨੀਕਲ ਫਿਜ਼ੀਬਿਲਿਟੀ ਇੰਨੀ ਤੁਸੀਂ ਲਿਖ ਦੇਣੀ ਹੈ ਕਿ it helps to observe whether the reliable hardware or software of the organization meets the need of the proposed system। ਜੋ ਉਹਦੇ ਕੋਲ ਆਲਰੇਡੀ ਹਾਰਡਵੇਅਰ ਜਾਂ ਸੌਫਟਵੇਅਰ ਅਵੇਲੇਬਲ ਹੈ, ਕੀ ਉਹਦੇ ਨਾਲ ਉਹਦਾ ਹੱਲ ਹੁੰਦਾ ਪਿਆ, ਤੁਸੀਂ ਯੂਜ਼ਰ ਨੂੰ ਦੱਸਣਾ ਹੈ, ਜਾਂ ਤੁਸੀਂ ਉਹਨੂੰ ਦੱਸੋਗੇ ਭਾਈ ਤੈਨੂੰ ਆਹ ਹਾਰਡਵੇਅਰ ਅਲੱਗ ਤੋਂ ਲੈਣਾ ਪੈਣਾ ਅਤੇ ਇਹ ਸੌਫਟਵੇਅਰ ਤੈਨੂੰ ਅਲੱਗ ਤੋਂ ਹੋਰ ਲੈਣਾ ਪੈਣਾ। ਠੀਕ ਹੈ। ਸੋ ਅਗਰ ਤੇ 6 ਨੰਬਰ ਦਾ ਕੁਐਸਚਨ ਆਉਂਦਾ ਫਿਰ ਤਾਂ 3 ਲਾਈਨਾਂ 'ਚ ਖਤਮ, ਅਦਰਵਾਈਜ਼ ਫਿਰ ਜਿੱਦਾਂ ਆਪਾਂ ਪਹਿਲਾਂ ਕੀਤਾ ਕਿ ਇਟ ਵਿਲ ਆਨਸਰਸ ਦਾ ਫੋਲੋਇੰਗ ਕੁਐਸਚਨਸ। ਠੀਕ ਹੈ। ਵੀ ਕਿਹੜੇ ਕਿਹੜੇ ਕੁਐਸਚਨਸ ਦਾ ਆਨਸਰ ਦਊਗਾ, ਵੀ ਕਿਹੜੀ ਕਿਹੜੀ ਨੈਸੈਸਰੀ ਟੈਕਨੋਲੋਜੀ ਜਿਹੜੀ ਹੈ ਉਹ ਸਾਨੂੰ ਚਾਹੀਦੀ ਹੈ। ਇੱਕ ਤਾਂ ਅਗਰ ਆਪਾਂ ਟੈਕਨੀਕਲ ਫਿਜ਼ੀਬਿਲਿਟੀ ਕਰਾਂਗੇ ਸਾਨੂੰ ਇਸ ਕੁਐਸਚਨ ਦਾ ਜਿਹੜਾ ਆਨਸਰ ਮਿਲ ਜੂਗਾ। ਠੀਕ ਹੈ। ਅਤੇ ਦੂਸਰਾ ਸਾਨੂੰ ਜਿੱਦਾਂ ਇਹਨਾਂ ਲਿਖਿਆ ਕਿ ਕੈਪੇਬਲ ਆਫ ਮੈਨੇਜਿੰਗ ਦਾ ਡਾਟਾ, ਕਿ ਜਿਹੜਾ ਤੁਹਾਡਾ ਡਾਟਾ ਹੈ ਨਿਊ ਸਿਸਟਮ ਦੇ ਵਿੱਚ ਜਿੰਨਾ ਡਾਟਾ ਬਣੂਗਾ, ਤੁਹਾਡਾ ਐਗਜ਼ਿਸਟਿੰਗ ਸਿਸਟਮ ਉਸ ਡਾਟਾ ਨੂੰ ਮੈਨੇਜ ਕਰ ਸਕਦਾ ਜਾਂ ਨਹੀਂ ਕਰ ਸਕਦਾ, ਮਤਲਬ ਤੁਹਾਨੂੰ ਹੋ ਸਕਦਾ ਸਰਵਰ ਹੀ ਨਵਾਂ ਲੈਣਾ ਪੈ ਜਾਵੇ। ਠੀਕ ਹੈ। ਜਿਹੜਾ ਸਿਸਟਮ ਤੁਸੀਂ ਬਣਾ ਰਹੇ ਹੋ ਇਜ਼ ਇਟ ਫਲੈਕਸੀਬਲ, ਮਤਲਬ ਕੱਲ੍ਹ ਨੂੰ ਤੁਸੀਂ ਇਸ ਸੌਫਟਵੇਅਰ ਦੇ ਵਿੱਚ ਕੁਛ ਐਡੀਸ਼ਨਸ ਕਰ ਸਕਦੇ ਹੋ, ਜਾਂ ਜੋ ਹਾਰਡਵੇਅਰ ਤੁਸੀਂ ਦੱਸਿਆ ਇਹ ਫਰਦਰ ਵੀ ਕਿਤੇ ਹੋਰ ਕੰਮ ਆਊਗਾ ਜਾਂ ਨਹੀਂ ਆਊਗਾ। ਠੀਕ ਹੈ। ਉਹਦੀ ਟੈਕਨੀਕਲ ਡਿਟੇਲਸ ਜਿੱਦਾਂ ਐਕੂਰੇਸੀ ਕਿੰਨੀ ਹੋਊਗੀ। ਠੀਕ ਹੈ। ਕਿਉਂਕਿ ਸੌਫਟਵੇਅਰ ਜਿਹੜਾ ਤੁਸੀਂ ਹਾਰਡਵੇਅਰ ਦੀ ਰਿਕੁਆਇਰਮੈਂਟ ਦੇ ਦਿੱਤੀ, ਤੁਸੀਂ ਕਹਿੰਦਾ ਕਿ i3 'ਤੇ ਹੀ ਸਾਡਾ ਜਿਹੜਾ ਸੌਫਟਵੇਅਰ ਹੈ ਚੱਲੂਗਾ, ਅਤੇ ਅਗਰ i3 ਚੱਲੂਗਾ ਤਾਂ ਮਤਲਬ ਉਹਦੀ ਐਕੂਰੇਸੀ, ਰਿਲਾਇਬਿਲਿਟੀ, ਉਹਦੀ ਡਾਟਾ ਸਿਕਿਉਰਿਟੀ ਤਾਂ ਨਹੀਂ, ਐਕੂਰੇਸੀ ਅਤੇ ਰਿਲਾਇਬਿਲਿਟੀ ਜਿਹੜੀ ਰਹੂਗੀ। ਅਗਰ ਉਹ ਬਾਈ ਚਾਂਸ ਡਿਊਅਲ ਕੋਰ 'ਤੇ ਤੁਸੀਂ ਚਲਾਉਂਦੇ ਹੋ ਤਾਂ ਤੁਸੀਂ ਕਹਿ ਦੋਗੇ ਜੀ ਵੀ ਐਕੂਰੇਸੀ ਅਤੇ ਉਹਦੀ ਰਿਲਾਇਬਿਲਿਟੀ 'ਚ ਫਰਕ ਪੈ ਸਕਦਾ, ਹੋ ਸਕਦਾ ਕਰੈਸ਼ ਹੀ ਹੋ ਜੇ, ਉਨੀਆਂ ਉਹ 'ਚ ਕੋਰਸ ਹੀ ਨਾ ਹੋਣ ਜਿਹੜੀਆਂ ਤੁਹਾਡੇ ਸੌਫਟਵੇਅਰ ਨੂੰ ਹੈਂਡਲ ਕਰ ਪਾਉਣ। ਠੀਕ ਹੈ। ਨੈਕਸਟ ਆਉਂਦਾ ਤੁਹਾਡਾ ਆਪਰੇਸ਼ਨਲ ਫਿਜ਼ੀਬਿਲਿਟੀ। ਆਪਰੇਸ਼ਨਲ ਫਿਜ਼ੀਬਿਲਿਟੀ ਹੁੰਦਾ ਜੋ ਤੁਸੀਂ ਕੰਮ ਕਰਨਾ ਹੈ, ਮਤਲਬ ਐਕਚੁਅਲ 'ਚ ਤੁਹਾਡਾ ਸੌਫਟਵੇਅਰ ਇੰਪਲੀਮੈਂਟ ਹੋ ਗਿਆ, ਉਸ ਟਾਈਮ ਤਾਂ ਨਹੀਂ ਕੋਈ ਪ੍ਰੋਬਲਮ ਆਊਗੀ, ਉਹਨੂੰ ਯੂਜ਼ ਕਰਨ ਦੇ ਟਾਈਮ ਤਾਂ ਨਹੀਂ ਕੋਈ ਪ੍ਰੋਬਲਮ ਆਊਗੀ। ਠੀਕ ਹੈ। ਮਤਲਬ ਤੁਸੀਂ ਡਿਵੈਲਪ ਕਰਨ ਤੋਂ ਬਾਅਦ ਜਦੋਂ ਉਹਦੇ ਇੰਸਟਾਲ ਕਰ ਦਿੱਤਾ ਉਹਦੇ ਦੌਰਾਨ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਵਰਕਿੰਗ ਦੇ ਵਿੱਚ। ਸੋ ਇਟ ਇਜ਼ ਰਿਸਪੋਂਸੀਬਲ ਫॉर द ਆਪਰੇਸ਼ਨ ਆਫ ਮੈਨੇਜਮੈਂਟ, ਮਤਲਬ ਜਿਹੜਾ ਮੈਨੇਜਮੈਂਟ ਉਹਨੂੰ ਯੂਜ਼ ਕਰਦੀ ਹੈ ਜਾਂ ਇੰਪਲੋਇਜ਼ ਜੋ ਉਹਨੂੰ ਯੂਜ਼ ਕਰਨਗੇ। ਠੀਕ ਹੈ। ਕਸਟਮਰਸ ਜਾਂ ਸਪਲਾਇਰਸ ਨੂੰ ਯੂਜ਼ ਕਰਕੇ ਉਹਦੇ ਆਪਰੇਸ਼ਨ 'ਚ ਪ੍ਰੋਬਲਮ ਤਾਂ ਨਹੀਂ ਹੋਊਗੀ। ਜਿੱਦਾਂ ਤੁਸੀਂ ਹੁਣ ਆਪਾਂ ਇਹਦੀ ਗਵਰਨਮੈਂਟ ਦੀ ਐਗਜ਼ਾਮਪਲ ਲੈ ਲਈ, ਤਾਂ ਇਹਨਾਂ ਨੇ ਕੋਵਾ ਐਪ ਬਣਾਈ, ਤੁਹਾਡੀ ਆਰੋਗਿਆ ਸੇਤੂ ਐਪ ਬਣਾਈ, ਉਹਨੂੰ ਇਹ ਡਿਵੈਲਪਮੈਂਟ 'ਚ ਕੋਈ ਪ੍ਰੋਬਲਮ ਨਹੀਂ, ਇੰਸਟਾਲੇਸ਼ਨ 'ਚ ਕੋਈ ਪ੍ਰੋਬਲਮ ਨਹੀਂ, ਉਹਦੀ ਆਪਰੇਸ਼ਨਲ ਪ੍ਰੋਬਲਮ ਹੈ, ਮਤਲਬ ਆਪਰੇਸ਼ਨਲੀ ਲੋਕ ਕੀ ਉਹਨੂੰ ਯੂਜ਼ ਹੀ ਨਹੀਂ ਕਰ ਰਹੇ, ਜਾਂ ਉਹਨਾਂ ਨੂੰ ਯੂਜ਼ ਨਹੀਂ ਕਰਨਾ ਆ ਰਿਹਾ, ਜਾਂ ਉਹਨਾਂ ਨੂੰ ਇਹ ਲੱਗਦਾ ਵੀ ਸਾਡਾ ਬਲੂਟੁੱਥ ਔਨ ਰਹੂਗਾ ਅਤੇ ਸਾਡੀ ਬੈਟਰੀ ਖਰਾਬ ਹੋਊਗੀ, ਜਾਂ ਜੋ ਵੀ ਤੁਸੀਂ ਕਹਿ ਸਕਦੇ ਹੋ, ਮਤਲਬ ਉਹਦੀ ਆਪਰੇਸ਼ਨਸ 'ਚ ਪ੍ਰੋਬਲਮ ਹੈ, ਉਹਦੇ ਯੂਜ਼ 'ਚ ਪ੍ਰੋਬਲਮ ਆ ਰਹੀ ਹੈ, ਉਹਦੇ ਡਿਵੈਲਪਮੈਂਟ ਜਾਂ ਉਹਦੀ ਇੰਸਟਾਲੇਸ਼ਨ 'ਚ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ। ਸੋ ਇਹਦੇ ਵਿੱਚ ਸਿੰਪਲ ਆਹੀ 2-3 ਲਾਈਨਾਂ ਅਗਰ 6 ਨੰਬਰ 'ਚ ਆਉਂਦਾ, ਅਗਰ 13 ਨੰਬਰ 'ਚ ਆਉਂਦਾ ਫਿਰ ਤੁਹਾਨੂੰ ਨਾਲ ਦੱਸਣਾ ਪੈਣਾ ਕਿ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਤੁਹਾਡੀ ਸਮੂਥਲੀ ਹੋ ਗਈ, ਮਤਲਬ ਇਹ ਨਾ ਕੁਐਸਚਨਸ ਦੇ ਆਨਸਰ ਮਿਲ ਜੂਗੇ ਜਦੋਂ ਆਪਾਂ ਆਪਰੇਸ਼ਨਲ ਫਿਜ਼ੀਬਿਲਿਟੀ ਕਰਾਂਗੇ ਵੀ ਸਾਡਾ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਸਮੂਥਲੀ ਹੋ ਜਾਊਗੀ ਜਾਂ ਨਹੀਂ ਹੋਊਗੀ। ਠੀਕ ਹੈ। ਕਿਆ ਜਿਹੜੇ ਤੁਹਾਡੇ ਯੂਜ਼ਰ ਇੰਪਲੋਈਜ਼ ਹੈ ਉਹ ਇਹਨੂੰ ਸਪੋਰਟ ਕਰਨਗੇ ਮਤਲਬ ਇੱਥੇ ਯੂਜ਼ ਕਰਨਗੇ ਜਾਂ ਨਹੀਂ ਕਰਨਗੇ। ਠੀਕ ਹੈ। ਕੀ ਉਹ ਇਹਨੂੰ ਅਸੈਪਟ ਵੀ ਕਰਨਗੇ, ਇਹ ਤਾਂ ਨਹੀਂ ਹੈ ਵੀ ਤੁਸੀਂ ਸੌਫਟਵੇਅਰ ਬਣਾ ਕੇ ਛੱਡਤਾ, ਕੱਲ੍ਹ ਨੂੰ ਤੁਸੀਂ ਕਹੋ ਵੀ ਇਹਨੂੰ ਯੂਜ਼ ਕਰੋ, ਕਹਿਣਾ ਆਪਾਂ ਯੂਜ਼ ਹੀ ਨਹੀਂ ਕਰਨਾ, ਮਤਲਬ ਉਹ ਕੀ ਪ੍ਰੋਬਲਮ ਆ ਗਈ ਆਪਰੇਸ਼ਨਲ ਫਿਜ਼ੀਬਿਲਿਟੀ। ਅਗਲੇ ਕਹਿੰਦੇ ਸਾਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ, ਆਪਾਂ ਸਿੱਖਣਾ ਹੀ ਨਹੀਂ ਚਾਹੁੰਦੇ। ਠੀਕ ਹੈ। ਉਸ ਕੇਸ 'ਚ ਤੁਹਾਡਾ ਸੌਫਟਵੇਅਰ ਜਿਹੜਾ ਵੇਸਟ ਹੋ ਜੂਗਾ, ਸਿਸਟਮ ਜਿਹੜਾ ਵੇਸਟ ਹੋ ਜੂਗਾ। ਠੀਕ ਹੈ। ਸੋ ਇਸ ਕਰਕੇ ਇਹਦੇ ਨਾਲ ਕਿਉਂਕਿ ਆਪਰੇਸ਼ਨਲ ਫਿਜ਼ੀਬਿਲਿਟੀ ਦੇ ਦੌਰਾਨ ਤੁਹਾਨੂੰ ਯੂਜ਼ਰ ਨੂੰ ਵੀ ਫਿਰ ਇਹਦਾ ਮਤਲਬ ਇਨਵੋਲਵ ਕਰਨਾ ਪੈਣਾ, ਯੂਜ਼ਰ ਨੂੰ ਤੁਹਾਨੂੰ ਸਮਝਾਉਣਾ ਪੈਣਾ ਕਿ ਭਾਈ ਤੈਨੂੰ ਕੱਲ੍ਹ ਨੂੰ ਇਸ ਤਰ੍ਹਾਂ ਇਸ ਚੀਜ਼ ਨੂੰ ਯੂਜ਼ ਕਰਨਾ ਪੈਣਾ। ਠੀਕ ਹੈ। ਜਿੱਦਾਂ ਮੰਨ ਲਓ ਆਪਣੇ ਕਾਲਜ 'ਚ ਹੀ ਹੈ, ਹੁਣ ਆਪਾਂ ਕਾਲਜ ਦੀ ਫੂਸਾਂ ਲਈ ਜਾਂ ਸੌਫਟਵੇਅਰ ਯੂਜ਼ ਕਰਦੇ ਜਾਂ ਐਗਜ਼ਾਮੀਨੇਸ਼ਨ ਲਈ ਸੌਫਟਵੇਅਰ ਯੂਜ਼ ਕਰਦੇ ਹਾਂ, ਅਤੇ ਆਪਾਂ ਯੂਜ਼ਰ ਨੂੰ ਜਦੋਂ ਐਗਜ਼ਾਮ ਇਸ ਵਾਰ ਕੰਡਕਟ ਕੀਤੇ ਤਾਂ ਹਰ ਬੱਚੇ ਨੂੰ ਪਹਿਲਾਂ ਦੱਸਿਆ ਵੀ ਤੈਨੂੰ ਇਸ ਤਰ੍ਹਾਂ ਆਪਰੇਟ ਕਰਨਾ ਪਏਗਾ, ਤੂੰ ਕਰ ਲਏਗਾ। ਠੀਕ ਹੈ। ਜੇ ਉਹ ਕਹਿੰਦਾ ਵੀ ਹਾਂ ਕਰ ਲੂੰਗਾ ਤਾਂ ਠੀਕ ਹੈ, ਜੇ ਨਹੀਂ ਕਰੋਗੇ ਤਾਂ ਉਹਨੂੰ ਫਿਰ ਅਲਟਰਨੇਟ ਦੱਸਣਾ ਪੈਂਦਾ ਸੀ, ਤੂੰ ਇਸ ਤਰ੍ਹਾਂ ਕਰ ਲਈ, ਮਤਲਬ ਉਹ ਕੀ ਆ ਆਪਰੇਸ਼ਨਲ ਪ੍ਰੋਬਲਮਸ ਹੈ, ਪਲੈਨਿੰਗ ਤਾਂ ਤੁਸੀਂ ਕਰ ਲਈ, ਹੁਣ ਉਹ ਆਪਰੇਸ਼ਨ 'ਚ ਪ੍ਰੋਬਲਮ ਆ ਰਹੀ। ਠੀਕ ਹੈ। ਅਗਲੀ ਹੈਗੀ ਲੀਗਲ ਫਿਜ਼ੀਬਿਲਿਟੀ। ਲੀਗਲ ਫਿਜ਼ੀਬਿਲਿਟੀ ਦੀ ਬੈਸਟ ਐਗਜ਼ਾਮਪਲ ਹੁੰਦੀ ਤੁਹਾਡਾ ਆਧਾਰ ਕਾਰਡ। ਠੀਕ ਹੈ। ਜਦੋਂ ਵੀ ਤੁਹਾਨੂੰ ਹੁਣ ਕੋਈ ਤੁਸੀਂ ਸੌਫਟਵੇਅਰ ਬਣਾਤਾ, ਉਹਦੀ ਰਿਕੁਆਇਰਮੈਂਟ ਹੈਗੀ ਵੀ ਤੁਸੀਂ ਆਧਾਰ ਕਾਰਡ ਉੱਥੇ ਅਪਲੋਡ ਕਰਨਾ। ਠੀਕ ਹੈ। ਆਧਾਰ ਕਾਰਡ ਕਰਨ ਤੋਂ ਬਾਅਦ ਹੁਣ ਤੁਹਾਨੂੰ ਕੀ ਟੈਨਸ਼ਨ ਪਈ ਰਹਿੰਦੀ, ਜਿੰਨੇ ਵੀ ਇੰਡੀਆ 'ਚ ਆਪਾਂ ਆਧਾਰ ਕਾਰਡ ਜਿਹੜੀ ਵੀ ਕੋਈ ਕੰਪਨੀ ਸਾਡੇ ਕੋਲ ਮੰਗਦੀ ਹੈ ਯੂਜ਼ ਕਰਦੀ ਹੈ, ਬਾਅਦ 'ਚ ਹੁੰਦਾ ਜੀ ਆਧਾਰ ਕਾਰਡ ਦਾ ਡਾਟਾ ਸਿਕਿਉਰ ਨਹੀਂ ਹੈ, ਇਹ ਚੋਰੀ ਹੋ ਸਕਦਾ। ਠੀਕ ਹੈ। ਉਹ 'ਚ ਸਾਡਾ ਸਾਰਾ ਬਾਇਓਮੈਟ੍ਰਿਕ ਹੈ। ਮੰਨ ਲਓ ਮੈਂ ਇਸ ਬੈਂਕ 'ਚ ਆਪਣਾ ਆਧਾਰ ਕਾਰਡ ਦਿੱਤਾ, ਬਾਇਓਮੈਟ੍ਰਿਕ ਇੱਥੇ ਚੱਲ ਗਈ ਮੇਰੀ, ਉਹੀ ਬਾਇਓਮੈਟ੍ਰਿਕ ਕਿਸੇ ਨੇ ਮੇਰੀ ਰੈਟੀਨਾ ਸਕੈਨ ਕਰ ਲਿਆ ਜਾਂ ਮੇਰਾ ਮਤਲਬ ਫਿੰਗਰਪ੍ਰਿੰਟ ਕਿਸੇ ਤਰ੍ਹਾਂ ਸਕੈਨ ਕਰ ਲਏ, ਉਹੀ ਬਾਇਓਮੈਟ੍ਰਿਕ ਉਹ ਮੇਰਾ ਕਿਸੇ ਹੋਰ ਜਾ ਕੇ ਅਕਾਊਂਟ 'ਚ ਯੂਜ਼ ਕਰ ਸਕਦਾ ਉਹ।
ਠੀਕ ਹੈ। ਸੋ ਇਹ ਹੋ ਗਈਆਂ ਲੀਗਲ ਫਿਜ਼ੀਬਿਲਿਟੀ, ਜਦੋਂ ਕੋਈ ਲੀਗਲੀ ਕੋਈ ਪ੍ਰੋਬਲਮ ਆਉਣ ਲੱਗ ਪੈਂਦੀ ਹੈ, ਸੋਫਟਵੇਅਰ ਨੂੰ ਯੂਜ਼ ਕਰਨ ਲੱਗਿਆਂ ਉਹ ਸਾਰੇ ਲਾਜ਼ ਨੂੰ ਫੋਲੋ ਕਰ ਰਿਹਾ, ਸਾਰੇ ਰੈਗੂਲੇਸ਼ਨਸ ਨੂੰ ਫੋਲੋ ਕਰ ਰਿਹਾ, ਇਹ ਚੀਜ਼ਾਂ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਲੀਗਲ ਫਿਜ਼ੀਬਿਲਿਟੀ। ਉਸ ਤੋਂ ਬਾਅਦ ਆਉਂਦਾ ਤੁਹਾਡਾ ਸਕੈਡਿਊਲ ਫਿਜ਼ੀਬਿਲਿਟੀ, ਠੀਕ ਹੈ। ਇਹ 2 ਜਾਂ 3 ਲਾਈਨਾਂ ਦਾ ਹੀ ਟੌਪਿਕ ਹੈ, ਇਹਦੇ ਵਿੱਚ ਕੁਛ ਐਡਵਾਂਸ ਲਿਖਣ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਹੈ, ਠੀਕ ਹੈ। ਸ਼ਡਿਊਲ ਫਿਜ਼ੀਬਿਲਿਟੀ ਦਾ ਹੁੰਦਾ ਕਿ ਵਿਦਨ ਟਾਈਮ ਪੀਰੀਅਡ ਜੋ ਤੁਸੀਂ ਸਿਸਟਮ ਬਣਾਉਣਾ ਚਾਹੁੰਦੇ ਹੋ ਉਹ ਕੀ ਕੰਪਲੀਟ ਹੋ ਪਾਏਗਾ ਜਾਂ ਨਹੀਂ ਹੋ ਪਾਏਗਾ। ਤੁਸੀਂ ਕਹਿਤਾ ਜੀ ਆਪਾਂ ਸੌਫਟਵੇਅਰ ਬਣਵਾਉਣਾ, ਤੁਸੀਂ ਇਹ ਵੀ ਕਰ ਲਿਆ ਵੀ ਆਪਾਂ ਇੰਨੇ ਪੈਸੇ ਲੈਣੇ, ਲੀਗਲੀ ਵੀ ਸਾਊਂਡ ਹੋ, ਆਪਰੇਸ਼ਨਲ ਸਾਡੇ ਬੰਦੇ ਵੀ ਨਹੀਂ ਯੂਜ਼ ਕਰਨ ਲਈ ਤਿਆਰ ਹੈ, ਟੈਕਨੀਕਲੀ ਜੋ ਸਾਨੂੰ ਹਾਰਡਵੇਅਰ ਸੌਫਟਵੇਅਰ ਦੀ ਰਿਕੁਆਇਰਮੈਂਟ ਆਪਾਂ ਉਹ ਵੀ ਖਰੀਦਣ ਨੂੰ ਤਿਆਰ ਹੈ। ਤੁਸੀਂ ਕਹੋ ਜੀ ਆਪਾਂ ਸੌਫਟਵੇਅਰ ਹੀ 10 ਸਾਲ ਬਾਅਦ ਦੇਣਾ, ਉਹ ਕਹਿੰਦਾ 10 ਸਾਲ ਬਾਅਦ ਤਾਂ ਮੇਰਾ ਬਿਜ਼ਨਸ ਹੀ ਚੇਂਜ ਹੋ ਜਾਣਾ, ਠੀਕ ਹੈ। ਤੁਸੀਂ ਕਹੋ ਵੀ ਸੌਫਟਵੇਅਰ ਮੈਂ 2 ਸਾਲ ਬਾਅਦ ਦੇਣਾ, ਉਹ ਕਹਿੰਦਾ ਮੇਰਾ ਬਿਜ਼ਨਸ ਇੰਨਾ ਫਲਕਚੁਏਟ ਕਰਦਾ ਵੀ ਹਰ ਮਹੀਨੇ ਚੇਂਜ ਹੋ ਜਾਂਦਾ। ਸੋ ਮਤਲਬ ਤੁਸੀਂ ਜਿਹੜਾ ਉਹਨੂੰ ਸੌਫਟਵੇਅਰ ਬਣਾ ਕੇ ਦੇ ਰਹੇ ਹੋ, ਤੁਸੀਂ ਉਹ ਵੀ ਉਹਨੂੰ ਦੱਸਣਾ ਕਿ ਆਪਾਂ ਇੰਨੇ ਮਹੀਨੇ ਦੇ ਅੰਦਰ ਅੰਦਰ ਬਣਾ ਕੇ ਦੇ ਸਕਦੇ ਹਾਂ, ਫਿਰ ਉਹ ਕਹੂਗਾ ਵੀ ਹਾਂਜੀ ਮੈਨੂੰ ਪੁੱਗਦਾ ਜਾਂ ਨਹੀਂ ਪੁੱਗਦਾ, ਠੀਕ ਹੈ। ਤੁਸੀਂ ਹੁਣ ਜਿੱਦਾਂ ਕਾਲਜ ਦੇ ਐਡਮਿਸ਼ਨ ਸਟਾਰਟ ਹੋਏ, ਐਟ ਏ ਟਾਈਮ ਔਨ ਦਾ ਸਪੋਟ ਤੁਹਾਡਾ ਇਹ ਕੋਵਿਡ ਆ ਗਿਆ ਹੈ ਨਾ, ਤਾਂ ਹੁਣ ਉਹਦੇ ਵਿੱਚ ਔਨਲਾਈਨ ਸਟੱਡੀ ਵਾਸਤੇ 3600 ਸੌਫਟਵੇਅਰ ਅਵੇਲੇਬਲ ਹੋ ਗਏ, ਕਦੀ ਕੋਈ ਕਿਸੇ ਨੇ ਯੂਜ਼ ਕਰ ਰਿਹਾ, ਕਦੀ ਕਿਸੇ ਨੂੰ ਯੂਜ਼ ਕਰ ਰਿਹਾ, ਬਿਕੋਜ਼ ਇਹ ਸਾਰੇ ਜਿਹੜੇ ਹੈ ਇਹ ਐਜੂਕੇਸ਼ਨ ਲਈ ਬਣੇ ਹੀ ਨਹੀਂ ਹੋਏ ਹੈ, ਠੀਕ ਹੈ। ਉਹ ਸਕੈਡਿਊਲ ਦੀ ਪ੍ਰੋਬਲਮ ਹੈ। ਹੁਣ ਪਤਾ ਵੀ ਜੁਲਾਈ 'ਚ ਕਾਲਜ ਲੱਗਣੇ ਸੀਗੇ ਜਾਂ ਅਗਸਤ 'ਚ ਕਾਲਜ ਲੱਗਣੇ ਸੀਗੇ, ਜਿਹੜਾ ਜੋ ਦਿਲ ਕਰ ਰਿਹਾ ਉਹ ਆਪਣਾ ਉਹ ਸੌਫਟਵੇਅਰ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਸਾਡੇ ਕੋਲ ਪ੍ਰੋਪਰ ਸ਼ਡਿਊਲ ਨਹੀਂ ਹੈ। ਅਗਰ ਆਪਾਂ ਕਿਸੇ ਕੰਪਨੀ ਨੂੰ ਵੀ ਕਹਿੰਦੇ ਵੀ ਸਾਨੂੰ ਪ੍ਰੋਪਰ ਇਹ ਬਣਾ ਕੇ ਦਿਓ, ਉਹ ਕਹਿੰਦੇ ਵੀ ਸਾਨੂੰ ਹੋ ਸਕਦਾ 2 ਮਹੀਨੇ ਟਾਈਮ ਲੱਗੇ, ਹੋ ਸਕਦਾ 3 ਮਹੀਨੇ ਟਾਈਮ ਲੱਗੇ, ਆਪਾਂ ਕਹਿੰਦੇ ਵੀ ਉਦੋਂ ਤੱਕ ਸਾਡਾ ਸੈਸ਼ਨ ਹੀ ਸਟਾਰਟ ਹੋ ਜਾਣਾ ਜਾਂ ਸਾਡਾ ਸੈਸ਼ਨ ਹੀ ਕੰਪਲੀਟ ਹੋ ਜਾਣਾ। ਸੋ ਇਸ ਤਰ੍ਹਾਂ ਦੀ ਜਿਹੜੀਆਂ ਪ੍ਰੋਬਲਮਸ ਨਹੀਂ ਹੁੰਦੀ ਸਕੈਡਿਊਲ ਫਿਜ਼ੀਬਿਲਿਟੀ ਦੀਆਂ, ਠੀਕ ਹੈ। ਉਸ ਤੋਂ ਬਾਅਦ ਆਉਂਦੀਆਂ, ਅਗਲਾ ਆਉਂਦਾ ਸੋਸ਼ਲ ਫਿਜ਼ੀਬਿਲਿਟੀ, ਠੀਕ ਹੈ। ਇਹ ਆਲਮੋਸਟ ਜਿਹੜਾ ਹੈ ਸਿਮਿਲਰ ਟੂ ਆਪਰੇਸ਼ਨਲ ਹੀ ਹੈ ਕਿ ਤੁਸੀਂ ਸੌਫਟਵੇਅਰ ਬਣਾ ਦਿੱਤਾ, ਠੀਕ ਹੈ। ਵਿਲ ਇਟ ਬੀ ਅਸੈਪਟੇਬਲ, ਕਿ ਉਹਨੂੰ ਅਸੈਪਟ ਕਰਨਗੇ। ਇੱਥੇ ਵੀ ਆਪਾਂ ਅਸੈਪਟ ਵਰਡ ਯੂਜ਼ ਕੀਤਾ ਸੀ, ਪਰ ਇੱਥੇ ਯੂਜ਼ ਜਿਹੜਾ ਹੈ ਉਹ ਆਪਰੇਸ਼ਨਲ ਦੇ ਤੌਰ 'ਤੇ ਵੀ ਕੀਤਾ ਗਿਆ ਸੀ ਕਿ ਯੂਜ਼ਰ ਉਹਨੂੰ ਅਸੈਪਟ ਕਰੂਗਾ ਜਾਂ ਨਹੀਂ ਕਰੂਗਾ। ਉਸੇ ਨੂੰ ਸੇਮ ਨੂੰ ਇਹਨਾਂ ਨੇ ਸੋਸ਼ਲ ਫਿਜ਼ੀਬਿਲਿਟੀ ਕਰਤਾ। ਅਗਰ ਬਾਈ ਚਾਂਸ ਤੁਹਾਡਾ ਜਿਹੜਾ ਸੌਫਟਵੇਅਰ ਹੈ ਉਹ ਸੋਸ਼ਲੀ ਲਿੰਕ ਹੈ, ਮਤਲਬ ਬਹੁਤ ਸਾਰੇ ਲੋਕਾਂ ਤੱਕ ਉਹ ਪਹੁੰਚਣੇ ਵਾਲਾ ਹੈ, ਤਾਂ ਕੀ ਲੋਕ ਉਹਨੂੰ ਅਸੈਪਟ ਕਰਨਗੇ ਜਾਂ ਨਹੀਂ ਕਰਨਗੇ, ਠੀਕ ਹੈ। ਜਾਂ ਮੰਨ ਲਓ ਕਿ ਅਗਰ ਇੱਕ ਬੰਦੇ ਯੂਜ਼ ਕਰਦੇ ਤਾਂ ਦੂਸਰੇ ਉਹਦੇ ਨਾਲ ਅਫੈਕਟਡ ਤਾਂ ਨਹੀਂ ਹੋ ਜਾਣਗੇ। ਜਿੱਦਾਂ ਤੁਹਾਡੇ ਸੋਸ਼ਲ ਸਾਈਟਸ ਹੁੰਦੀਆਂ ਵੀ, ਜਿੱਦਾਂ ਇੰਸਟਾਗ੍ਰਾਮ ਸੀ ਪਹਿਲਾਂ ਜਾਂ ਟਵਿੱਟਰ ਸੀਗਾ ਜਾਂ ਹੁਣ ਫੇਸਬੁੱਕ ਹੈ, ਤਾਂ ਹਰੇਕ ਦੇ ਆਪਣੇ ਆਪਣੇ ਫੀਚਰਸ ਹੈ। ਅਗਰ ਬੰਚ ਆਫ ਯੂਜ਼ਰਸ ਇੱਕ ਸਾਈਡ ਨੂੰ ਜਾਂਦੇ ਤਾਂ ਦੂਸਰੀ ਸਾਈਡ ਦੀ ਜਿਹੜਾ ਬਿਜ਼ਨਸ ਹੈ ਉਹ ਅਫੈਕਟ ਹੁੰਦਾ ਹੀ ਹੋਣਾ, ਠੀਕ ਹੈ। ਤੁਸੀਂ ਮੰਨ ਨਹੀਂ ਸਕਦੇ ਵੀ ਅਗਰ ਯੂਜ਼ਰ ਆ ਹੁਣ ਹਰ ਸੋਸ਼ਲ ਸਾਈਟ ਨੂੰ ਤੋਂ ਸਿਮਿਲਰ ਢੰਗ ਨਾਲ ਨਹੀਂ ਯੂਜ਼ ਕਰਦਾ, ਕਿਸੇ ਨੂੰ ਘੱਟ ਯੂਜ਼ ਕਰਦਾ, ਕਿਸੇ ਨੂੰ ਜ਼ਿਆਦਾ ਯੂਜ਼ ਕਰਦਾ। ਕਈ ਇਹੋ ਜਿਹੇ ਸੋਸ਼ਲ, ਜਿੱਦਾਂ ਹੁਣ ਤੁਹਾਡੇ ਆ ਟਿਕਟੋਕ ਆਈ ਸੀ, ਅਤੇ ਇਹ ਸੋਸ਼ਲ ਫਿਜ਼ੀਬਿਲਿਟੀ ਕਰਕੇ ਹੀ ਇੱਕ ਕਿਸਮ ਦੀ ਤੁਸੀਂ ਕਹਿ ਲਓ ਵੀ ਇਹ ਚਲੀ ਗਈ ਵਾਪਸ, ਜਾਂ ਲੀਗਲ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਵੀ ਇਹਨੂੰ ਬੈਨ ਕਰ ਦਿੱਤਾ ਗਿਆ ਕਿ ਲੋਕ ਕਹਿੰਦੇ ਵੀ ਸਾਡਾ ਡਾਟਾ ਚੋਰੀ ਹੋ ਰਿਹਾ, ਠੀਕ ਹੈ। ਸੋਸ਼ਲੀ ਉਹਨੂੰ ਅਸੈਪਟ ਨਹੀਂ ਕੀਤਾ ਕਈ ਲੋਕਾਂ ਨੇ, ਠੀਕ ਹੈ। ਉਸ ਤੋਂ ਤੁਹਾਡਾ ਆ ਗਿਆ ਮੈਨੇਜਮੈਂਟ ਫਿਜ਼ੀਬਿਲਿਟੀ। ਮੈਨੇਜਮੈਂਟ ਫਿਜ਼ੀਬਿਲਿਟੀ ਦਾ ਮਤਲਬ ਕੀ ਹੈ ਕਿ ਤੁਹਾਡੀ ਮੈਨੇਜਮੈਂਟ ਜਿਹੜੀ ਉਹ ਉਹਨੂੰ ਅਸੈਪਟ ਕਰੂਗੀ ਜਾਂ ਨਹੀਂ ਕਰੂਗੀ, ਠੀਕ ਹੈ। ਹੁਣ ਮੈਨੇਜਮੈਂਟ ਦਾ ਇੱਥੇ ਕੀ ਰੋਲ ਹੈ ਕਿ ਤੁਸੀਂ ਪ੍ਰੋਜੈਕਟ ਬਣਾ ਲਿਆ ਹੈ ਨਾ, ਹੁਣ ਜਿੱਦਾਂ ਹੁੰਦਾ ਕੀ ਹੈ ਨੋਰਮਲੀ ਜਿਹੜੀ ਪ੍ਰੋਬਲਮਸ ਹੁੰਦੀਆਂ ਕਲੈਰੀਕਲ ਲੈਵਲ 'ਤੇ ਹੁੰਦੀਆਂ, ਮੈਨੇਜਮੈਂਟ ਵਾਲਿਆਂ ਨੂੰ ਹੋ ਸਕਦਾ ਰਿਪੋਰਟਸ ਕੁਛ ਚਾਹੀਦੀਆਂ ਹੁਣ, ਉਹ ਕਹਿੰਦੇ ਆ ਵੀ ਸਾਨੂੰ ਆਹ ਰਿਪੋਰਟਸ ਆਲਰੇਡੀ ਕਲਰਕ ਵਗੈਰਾ ਜਾਂ ਜੋ ਵੀ ਸਾਡਾ ਥੱਲੇ ਲੋਅਰ ਵਰਕਰਸ ਹੈ ਉਹ ਸਾਨੂੰ ਆਲਰੇਡੀ ਪ੍ਰੋਵਾਈਡ ਕਰ ਦਿੰਦੇ ਆ, ਅਤੇ ਸਾਨੂੰ ਕੀ ਲੋੜ ਹੈ ਇਹ ਸੌਫਟਵੇਅਰ ਨਵਾਂ ਬਣਵਾਉਣ ਦੀ, ਠੀਕ ਹੈ। ਜਾਂ ਸਾਨੂੰ ਇਹ 'ਚ ਐਕਸਟਰਾ ਕੀ ਦਿਖੂਗਾ, ਜਾਂ ਸਾਨੂੰ ਬਿਜ਼ਨਸ ਪੁਆਇੰਟ ਆਫ ਵਿਊ ਨਾਲ, ਕਿਉਂਕਿ ਉਹਨਾਂ ਨੇ ਤਾਂ ਜਿਹੜੇ ਸਟ੍ਰੈਟੇਜਿਸ ਡਿਸੀਜਨਸ ਲੈਣੇ ਹੁੰਦੇ ਨੇ, ਮਤਲਬ ਵੱਡੇ ਵੱਡੇ ਜਿਹਨੂੰ ਆਪਾਂ ਕਹਿੰਦੇ ਡਿਸੀਜਨ ਲੈਣੇ ਹੁੰਦੇ ਆ ਬੇਸਡ ਔਨ ਸਮ ਲੌਜਿਕਸ, ਅਤੇ ਉਹਨਾਂ ਨੂੰ ਉਹਦੇ ਰਿਗਾਰਡਿੰਗ ਕਿਸ ਤਰ੍ਹਾਂ ਤੁਹਾਡਾ ਸੌਫਟਵੇਅਰ ਹੈਲਪ ਕਰੂਗਾ, ਠੀਕ ਹੈ। ਸੋ ਅਗਰ ਤੁਸੀਂ ਉਹ ਫਿਜ਼ੀਬਿਲਿਟੀ ਵੀ ਨਾਲ ਚੈੱਕ ਕਰਕੇ ਦੱਸਣੀ ਹੈ ਮੈਨੇਜਮੈਂਟ ਨੂੰ ਕਿ ਹਾਂਜੀ ਕਿ ਆਹ ਚੀਜ਼ ਵੀ ਤੁਹਾਨੂੰ ਮਿਲੂਗੀ, ਅਤੇ ਅਗਰ ਉਹ ਉਸ ਨੂੰ ਅਸੈਪਟ ਕਰਦੇ ਆ ਤਾਂ ਹੀ ਤੁਹਾਡਾ ਜਿਹੜਾ ਸੌਫਟਵੇਅਰ ਅੱਗੇ ਡਿਵੈਲਪਮੈਂਟ ਲਈ ਜਾਊਗਾ, ਠੀਕ ਹੈ। ਸੋ ਇਸ ਕੇਸ 'ਤੇ ਤੁਹਾਡੀ ਫਾਈਨਲੀ ਜਿਹੜੀ ਮੈਨੇਜਮੈਂਟ ਹੈ ਉਹ ਇਹ ਵੀ ਦੱਸ ਦਿੰਦੀ ਵੀ ਆਪਾਂ ਇਹਨੂੰ ਅਸੈਪਟ ਕਰ, ਕਿਉਂਕਿ ਤੁਸੀਂ ਨੀਚੇ ਜੋ ਹੈ ਇਹ ਸਾਰਾ ਕੰਮ ਮੋਸਟਲੀ ਜਿਹੜਾ ਹੈ ਇਹ ਵਰਕਰਸ ਦਾ ਹੈ। ਫਾਈਨਲੀ ਤੁਹਾਡੀ ਮੈਨੇਜਮੈਂਟ 'ਤੇ ਡਿਸੀਜਨ 'ਤੇ ਆ ਜਾਂਦਾ ਕਿ ਮੈਨੇਜਮੈਂਟ ਕਹਿੰਦੀ ਸਾਨੂੰ ਕੀ ਫਾਇਦਾ ਹੁੰਦਾ ਸੌਫਟਵੇਅਰ ਬਣਾਉਣ ਦਾ, ਠੀਕ ਹੈ। ਸੋ ਅਗਰ ਇਨ ਕੇਸ ਇੱਥੇ ਲੱਗਦਾ ਕਿ ਪ੍ਰੋਜੈਕਟ ਜਿਹੜਾ ਫਿਜ਼ੀਬਲ ਨਹੀਂ ਹੈ, ਤਾਂ ਉਸ ਨੂੰ ਉਹ ਜਿਹੜਾ ਹੈ ਆਪਣਾ ਜਾਂ ਤਾਂ ਕਹਿ ਦੇਣਗੇ ਵੀ ਤੁਸੀਂ ਇਹਨੂੰ ਦੁਬਾਰਾ ਰਿਵਿਊ ਕਰਕੇ ਸਾਨੂੰ ਸਬਮਿਟ ਕਰਾਓ, ਠੀਕ ਹੈ। ਫਿਰ ਆਪਾਂ ਇਹਨੂੰ ਦੇਖਾਂਗੇ। ਅਗਰ ਉਹ ਮਤਲਬ ਕਹਿੰਦੇ ਵੀ ਸਾਨੂੰ ਆਹ ਚੀਜ਼ ਨਹੀਂ ਪਸੰਦ ਆ, ਜਾਂ ਤੁਹਾਡੀ ਜਿਹੜੀ ਪਿਛਲੀ ਫਿਜ਼ੀਬਿਲਿਟੀ ਤੁਸੀਂ ਕੀਤੀਆਂ ਉਹ ਵੀ ਸਾਨੂੰ ਨਹੀਂ ਪਸੰਦ ਹੈ, ਅਤੇ ਉਹ ਕੀ ਕਰ ਸਕਦੇ, ਉਹ ਸਿੱਧਾ ਤੁਹਾਨੂੰ ਰਿਜੈਕਟ ਵੀ ਕਰ ਸਕਦੇ ਤੁਹਾਡੇ ਪ੍ਰਪੋਜ਼ਲ ਨੂੰ।